बेसिकली कुदरतन सा एक तालमेल दी क्रिया है। आई नो यू गैस फॉर ब्रेथ राइट। So मैंने हुने ही realize होया that what I had been doing for so long was in the right way. कि किवें पछाण करिए कि ਅਸੀਂ ਇਸ ਤਾਲਮੇਲ ਤੋਂ ਟੁੱਟੇ ਹੋਏ ਹਾਂ। ਮੇਰੇ ਲਈ ਇਹ ਕੁਦਰਤੀ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਹਾਂ, ਸਾਡੇ ਬੱਚੇ ਟੁਰ ਰਹੇ ਹਨ ਇਸ ਤਰੀਕੇ ਦੇ ਨਾਲ। ਇਟ ਇਜ਼ ਆਲ ਅਬਾਊਟ ਲਰਨਿੰਗ ਦਾ ਸਕਿੱਲ ਟੂ ਐਗਜ਼ੇਲ ਇਨ ਅ ਰਿਲੈਕਸ ਸਟੇਟ। ਮਰੀਜ਼ ਹਸਪਤਾਲਾਂ ਦੇ ਵਿੱਚ ਭਰੇ ਹੋਏ ਸਨ, ਬੈੱਡਸ ਖਾਲੀ ਨਹੀਂ ਸਨ। ਮਰੀਜ਼ ਛੇਤੀ ਹੀ ਠੀਕ ਹੋ ਕੇ ਘਰਾਂ ਨੂੰ ਜਾਣ ਲੱਗ ਪਏ। ਕੁਦਰਤਨ ਸਾ ਵੀਡੀਓ ਨੰਬਰ 4। ਸੋ ਅਸੀਂ ਪਿਛਲੀ 3 ਵੀਡੀਓਜ਼ ਦੇ ਵਿੱਚ ਜਿਹੜੇ ਕੁਦਰਤਨ ਸਾਹ ਦੀ ਗੱਲ ਕਰ ਰਹੇ ਹਾਂ, ਦਰਅਸਲ ਇਹ ਇੱਕ ਸਾਹ ਦਾ ਤਾਲਮੇਲ ਹੈ। ਸੋ ਇਟ ਇਜ਼ ਅ ਬਰੀਥਿੰਗ ਕੋਆਰਡੀਨੇਸ਼ਨ ਵਿਚ ਵੀ ਮਸਟ ਅੰਡਰਸਟੈਂਡ। ਸੋ ਹੋ ਸਕਦਾ ਹੈ ਸਾਨੂੰ ਸਵਾਲ ਪੈਦਾ ਹੋਏ ਕਿ ਇਹ ਕੋਆਰਡੀਨੇਸ਼ਨ ਦੇ ਵਿੱਚ ਅਤੇ ਜਿਹੜਾ ਅਸੀਂ ਹੁਣੇ ਸਾਹ ਲੈ ਰਹੇ ਹਾਂ ਉਸ ਦੇ ਵਿੱਚ ਫਰਕ ਕਿਵੇਂ ਹੈ ਅਤੇ ਅਸੀਂ ਇਸ ਦੀ ਪਛਾਣ ਕਿਵੇਂ ਕਰੀਏ। ਤਾਂ ਇਸ ਵੀਡੀਓ ਦੇ ਵਿੱਚ ਮੈਂ ਇਸ ਕੋਆਰਡੀਨੇਸ਼ਨ ਬਾਰੇ ਅਤੇ ਇਸ ਦੀ ਪਛਾਣ ਬਾਰੇ ਅਤੇ ਇਸ ਦੀ ਕਲੀਨਿਕਲ ਰਿਸਰਚ ਕਦੋਂ ਹੋਈ, ਮਨੁੱਖਤਾ ਨੂੰ ਇਸ ਦਾ ਕਦੋਂ ਫਾਇਦਾ ਹੋਇਆ ਅਤੇ ਕਿੰਨਾ ਫਾਇਦਾ ਹੋਇਆ, ਇਹ ਸਭ ਗੱਲਾਂ ਆਪ ਜੀ ਦੇ ਨਾਲ ਸਾਂਝ ਕਰਾਂਗੀ। ਸੋ ਸਟੇ ਵਿਦ ਮੀ ਇਨ ਦਿਸ ਵੀਡੀਓ ਟਿਲ ਐਂਡ। ਸੋ ਬੇਸਿਕਲੀ ਕੁਦਰਤਨ ਸਾਹ ਇੱਕ ਤਾਲਮੇਲ ਦੀ ਕਿਰਿਆ ਹੈ। ਇਸ ਦੇ ਵਿੱਚ ਜਿਹੜੇ ਮੇਨ ਸਾਡੇ ਐਕਸ਼ਨ ਹਨ ਉਹ ਸਾਡੀ ਗਲੋਟਿਸ ਵਾਲਵ, ਜਿਹੜੀ ਸਾਡੇ ਗਲੇ ਦੇ ਅੰਦਰ ਓਪਨਿੰਗ ਹੁੰਦੀ ਹੈ ਜਿਹਦੇ ਦੁਆਰਾ ਹਵਾ ਦਾ ਆਰ ਪਾਰ ਆਣਾ ਜਾਣਾ ਹੁੰਦਾ ਹੈ, ਅਤੇ ਉਸ ਦੇ ਕੋਆਰਡੀਨੇਸ਼ਨ ਦੇ ਵਿੱਚ ਆਟੋਮੈਟਿਕਲੀ ਡਾਇਆਫ੍ਰਾਮ ਦਾ ਉੱਪਰ ਜਾਣਾ ਬਿਨਾਂ ਕਿਸੇ ਐਕਸੈਸਰੀ ਮਸਲ ਨੂੰ ਯੂਜ਼ ਕੀਤੇ ਇਨਵੋਲੈਂਟਰਲੀ ਅਤੇ ਪੂਰੀ ਤਰ੍ਹਾਂ ਨੀਚੇ ਆਣਾ ਹੁੰਦਾ ਹੈ। ਇਹ ਇੱਕ ਕੰਟੀਨਿਊਸ ongoing ਰਿਫਲੈਕਸ ਐਕਸ਼ਨ ਹੈ। ਇਸ ਦੇ ਵਿੱਚ no efforts are being done ਕਿ ਸਾਹ ਲਵੋ। ਇਸ ਟੈਕਨੀਕ ਨੂੰ ਸਕਸੈਸਫੁਲੀ ਕਿਵੇਂ ਪ੍ਰੈਕਟਿਸ ਕਰੀਏ, ਤਾਂ ਤੁਸੀਂ ਮੇਰੀ ਇਹ ਸ਼ਾਰਟ ਵੀਡੀਓ ਦੇਖੋ ਕਿ ਜਿਸ ਤਰ੍ਹਾਂ ਇਹ ਸਿੱਖ ਰਹੇ ਹਨ ਅਤੇ ਰਿਅਲਾਈਜ਼ ਕਰ ਰਹੇ ਹਨ ਕਿ ਮੈਂ ਐਕਚੁਅਲੀ ਇਸ ਤਾਲਮੇਲ ਤੋਂ ਟੁੱਟੀ ਹੋਈ ਹਾਂ। ਹਾਂਜੀ, ਤਵਲੀਨ ਕੌਰ, ਆਪਣੀ ਬਾਡੀ ਨੂੰ ਰਿਲੈਕਸ ਸਟੇਟ ਵਿੱਚ ਰੱਖੋ। palms towards ceiling. Let go any stress from the eyes and just close them very softly. और perhaps it's a good idea सोचो कि eyes नहीं ने सिर्फ socket ने, so that will bring more comfort. Observe your breath जरा चलता है, yes. So observe this, that how little belly right lifts and it's not reaching the upper area. So ਅਸੀਂ ਤੁਹਾਨੂੰ breathing coordination ਦੇ ਨਾਲ help ਕਰਦੇ ਹਾਂ। Now take your left hand, just raise it up and put it on your chest. Yes. And then the right on your belly. Stay in an observant state. Do not interfere. Yes, do not interfere. ਹੁਣੇ ਕਿਹੜੇ ਹੱਥ ਦੀ ਮੂਵਮੈਂਟ ਫੀਲ ਹੋ ਰਹੀ? ਆਈ ਨੋ ਯੂ ਗੈਸ ਫॉर ਬ੍ਰੈਥ ਰਾਈਟ। ਰੱਖਦਿਆਂ ਹੀ, ਬਿਕਾਜ਼ ਜਦੋਂ ਤੁਸੀਂ ਇੱਥੇ ਹੱਥ ਰੱਖਦੇ ਹੋ ਤੇ ਯੂ let go the stress on the chest. So as you let go, the breathing wants to happen, right? Okay, now to relax more, just imagine a straw, very narrow, on your nostrils and you are exhaling. So ਅਸੀਂ nostril ਤੋਂ ਬਹੁਤ ਨੈਰੋ straw ਦੇ ਥਰੂ exhale ਕਰ ਰਹੇ ਹਾਂ। So that means your exhale will go in a relaxed manner. Perfect. ਜਿੱਥੇ ਐਗਜ਼ੇਲ ਖਤਮ ਹੋਏ ਉੱਥੇ ਤੁਸੀਂ ਮੈਂਟਲੀ 1 2 3 4 5 ਬੋਲਣਾ ਹੈ, ਐਂਡ ਦੈਨ ਵੇਟ ਐਂਡ ਲੈਟਸ ਸੀ ਹਾਊ ਦਾ ਇਨਹੇਲ ਕਮਸ। ਯੈਸ, ਬਿਊਟੀਫੁਲੀ, ਬਹੁਤ ਅੱਛਾ। ਸੋ ਜਿਹੜਾ ਅਸੀਂ ਮੈਂਟਲ ਕਾਊਂਟ ਕਰਦੇ ਹਾਂ, ਦੈਟ ਇਜ਼ ਟੂ ਲੈਟ ਗੋ ਸਟ੍ਰੈਸ ਫਰੋਮ ਦ ਚੈਸਟ, ਬੈਕ, ਸ਼ੋਲਡਰਸ। ਅਸੀਂ ਕਹਿ ਸਕਦੇ ਹਾਂ ਕਿ ਸਾਡੀ ਗਲੋਟਿਸ ਵਾਲਵ ਜਿਹੜੀ ਉਹ ਮਿਨੀਮਮ ਰੈਜ਼ਿਸਟੈਂਸ 'ਤੇ ਹੁੰਦੀ ਹੈ, ਐਂਡ ਦੈਟਸ ਹਾਊ ਵੀ ਡੂ ਨਾਟ interact any other muscle.
ਵਾਓ ਸੋ ਦਿਸ ਇਨਹੇਲ ਇਜ਼ ਬਿਗਰ ਪਹਿਲੇ ਨਾਲੋਂ ਫਰਕ ਹੈ ਨਾਓ ਦਿਸ ਟਾਈਮ ਜਦੋਂ ਤੁਸੀਂ ਦੁਬਾਰਾ ਐਕਸੇਲ ਕਰੋਗੇ ਉਸ ਤੋਂ ਬਾਅਦ ਤੁਸੀਂ ਬੋਲ ਕੇ ਕਾਊਂਟ ਕਰਨਾ ਰਾਈਟ ਐਕਸੇਲ ਫਰਮ ਦਾ ਸਟ੍ਰॉ ਜਿੱਥੇ ਖਤਮ ਹੋਏਗਾ ਸੀ ਨਾਓ ਦਿਸ ਹੈ ਕੋਸ਼ਿਸ਼ ਕਰਨਾ 1 to 10 ਦੇ ਹੀ ਰਾਉਂਡਸ ਚੱਲਣ 1 2 3 4 5 6 7 8 9 10 1 2 3 4 5 6 7 8 9 10 ਉਸੇ ਦੇ ਰਾਉਂਡਸ ਕਰੋ ਜਿੰਨਾ ਪਰ ਇੰਪੋਰਟੈਂਟ ਪੁਆਇੰਟ ਕੀ ਹੈ ਕੁਆਲਿਟੀ ਆਫ ਵੌਇਸ ਖਰਾਬ ਨਹੀਂ ਕਰਨੀ ਸਪੀਡ ਸੇਮ ਰੱਖਣੀ ਹੈ ਜੋ ਹੀ ਬ੍ਰੈਥ ਖਤਮ ਹੋਵੇ ਆਪਣੀ ਸਾਊਂਡ ਨੂੰ ਸਾਇਲੈਂਟ ਕਰ ਲੈਣਾ ਹੈ ਇੰਨੀ ਹੋਵੇ ਕਿ ਤੁਸੀਂ ਸੁਣ ਸਕੋ ਰਾਈਟ ਓਕੇ ਸੋ ਲੈਟਸ ਐਕਸੇਲ ਫਰਮ ਦਾ straw slowly feel the whole tummy is tucked in and now start the loud count 1 2 3 wala 1 2 3 4 5 6 7 8 9 10 now so this is the natural breath ਜਿਹੜਾ ਕਿ ਆਪਣੇ ਆਪ ਆਂਦਾ ਹੈ with the right optimal exhalation so ਹੌਲੀ ਹੌਲੀ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਡੇ ਅਰਾਊਂਡਸ ਵੱਧਦੇ ਜਾਣਗੇ you may reach 100 and then eventually once you are the real you develop your real coordination you might reach to 200 So when I realized that what I had been doing for so long was in the right way and I think वो बहुत अच्छा है जो तुसी कहते हो कि एक पतली जी straw तो तुसी exhale कर रहे हो so एक थोड़ी speed ते एक बड़ा अच्छा control आ जाता है ਸੋ ਸਭ ਤੋਂ ਪਹਿਲੇ ਸਵਾਲ ਪੈਦਾ ਹੋਇਆ ਕਿ ਕਿਵੇਂ ਪਛਾਣ ਕਰੀਏ ਕਿ ਅਸੀਂ ਇਸ ਤਾਲਮੇਲ ਤੋਂ ਇਸ ਕੋਆਰਡੀਨੇਸ਼ਨ ਤੋਂ ਟੁੱਟੇ ਹੋਏ ਹਾਂ ਤਾਂ ਮੈਂ ਤੁਹਾਡੇ ਨਾਲ ਬਹੁਤ ਬਰੀਫ ਵਿੱਚ ਸ਼ੇਅਰ ਕਰਦੀ ਹਾਂ ਇਸ ਗੱਲ ਨੂੰ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਅੱਗੇ ਖੜੇ ਹੋ ਕੇ ਜਾਂ ਕਿਸੇ ਵੀ ਤਰੀਕੇ ਪਹਿਚਾਣੋ ਜਦੋਂ ਵੀ ਤੁਸੀਂ ਸਾਹ ਕੋਈ ਆਖੇ ਸਾਹ ਲਵੋ ਤਾਂ ਜਿਉਂ ਹੀ ਅਸੀਂ ਪਹਿਲੇ ਇੰਜ ਹੁੰਨੇ ਆ ਦਿਸ ਮੀਨਸ ਕਿ ਅਸੀਂ ਬਰੀਥਿੰਗ ਕੋਆਰਡੀਨੇਸ਼ਨ ਦੇ ਤਾਲਮੇਲ ਤੋਂ ਟੁੱਟੇ ਹੋਏ ਹਾਂ ਕਿਉਂਕਿ ਇਹਨਾਂ ਮਸਲਸ ਦਾ ਬਰੀਥਿੰਗ ਕੋਆਰਡੀਨੇਸ਼ਨ ਦੇ ਵਿੱਚ ਕੋਈ ਰੋਲ ਨਹੀਂ ਹੈ ਸੋ ਇਸੇ ਤਰ੍ਹਾਂ ਰੈਸਟਿੰਗ ਪੋਜੀਸ਼ਨ ਦੇ ਵਿੱਚ ਜੇਕਰ ਤੁਸੀਂ ਆਪਣੇ ਆਪ ਨੂੰ ਲੇਟ ਕੇ ਜਾਂ ਬੈਠ ਕੇ ਆਬਜ਼ਰਵ ਕਰੋ ਤੇ ਜੇਕਰ ਤੁਹਾਡਾ ਪੇਟ ਅੰਦਰ ਬਾਹਰ ਤੇਜ਼ ਜਾ ਰਿਹਾ ਹੈ ਔਰ ਤੁਸੀਂ ਇਸ ਨੂੰ ਕਾਊਂਟ ਕਰ ਸਕਦੇ ਹੋ ਰੈਸਟਿੰਗ ਫੇਜ਼ ਵਿੱਚ 1 ਮਿੰਟ ਦੇ ਵਿੱਚ ਇਹ ਕਿੰਨੀ ਵਾਰੀ ਅੰਦਰ ਬਾਹਰ ਜਾਂਦਾ ਹੈ ਤੇ ਜੇਕਰ ਇਹ 1 ਮਿੰਟ ਵਿੱਚ 6 ਜਾਂ 7 ਵਾਰੀ ਔਰ ਮੈਕਸਿਮਮ 8 ਵਾਰੀ ਪੂਰਾ ਅੰਦਰ ਬਾਹਰ ਜਾਂਦਾ ਹੈ ਤਾਂ ਕਾਫੀ ਹੱਦ ਤੱਕ ਸਾਡਾ ਤਾਲਮੇਲ ਜਿਹੜਾ ਸਹੀ ਹੈ ਪਰ ਜੇਕਰ ਇਹ ਤੁਸੀਂ ਦੇਖਦੇ ਹੋ ਕਿ ਇੱਕਦਮ ਅੰਦਰ ਬਾਹਰ ਆਈ ਜਾ ਰਿਹਾ ਹੈ ਇਨ 1 ਮਿੰਟ ਸਮ ਪੀਪਲ ਦੇ ਟੇਕ ਇਟ ਟੂ 30 ਇਵਨ ਸਾਈਕਲਸ ਆਫ ਬ੍ਰੈਥ ਸੋ ਇਹਦਾ ਮਤਲਬ ਸਾਡਾ ਤਾਲਮੇਲ ਟੁੱਟਿਆ ਹੋਇਆ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਜੇਕਰ ਸਾਹ ਲੈਣ ਵਕਤ ਅਸੀਂ ਨੋਜ਼ ਨੂੰ ਇਸਤੇਮਾਲ ਨਾ ਕਰਕੇ ਨੱਕ ਨੂੰ ਇਸਤੇਮਾਲ ਨਾ ਕਰਕੇ ਮੂੰਹ ਤੋਂ ਸਾਹ ਲੈਂਦੇ ਹਾਂ ਤਾਂ ਇਸ ਦਾ ਮਤਲਬ ਸਾਡਾ ਕੋਆਰਡੀਨੇਸ਼ਨ ਤਾਲਮੇਲ ਆਲਰੇਡੀ ਟੁੱਟ ਚੁੱਕਾ ਹੈ ਐਂਡ ਬਹੁਤਾਂ ਵਾਰੀ ਤੁਸੀਂ ਦੇਖਦੇ ਹੋ ਕਿ ਤੁਸੀਂ ਕੰਮ ਕਾਜ ਕਰਦੇ ਥੋੜੀ ਦੇਰ ਬਾਅਦ ਸਡਨਲੀ ਇੱਕ ਲੰਬਾ ਸਾਹ ਆਉਂਦਾ ਹੈ ਮਤਲਬ ਅਸੀਂ ਸਾਹ ਹੋਲਡ ਕੀਤਾ ਹੋਇਆ ਸੀ ਅਤੇ ਇਸ ਦੇ ਨਾਲ ਜਦੋਂ ਅਸੀਂ ਆਪਣੇ ਹੱਥ ਨੂੰ ਚੈਸਟ ਅਤੇ ਬੈਲੀ ਉੱਤੇ ਰੱਖਦੇ ਹਾਂ ਇਹਨਾਂ ਦਾ ਜਦੋਂ ਇੱਕ ਸਾਰ ਨਹੀਂ ਉੱਠਦੇ ਮੂਵ ਕਰਦੇ ਅਤੇ ਇੱਕ ਸਾਰ ਅੰਦਰ ਨਹੀਂ ਜਾਂਦੇ ਤਾਂ ਇਹ ਸਭ ਚੀਜ਼ਾਂ ਤੋਂ ਪਛਾਣ ਹੁੰਦੀ ਹੈ ਕਿ ਵੀ ਆਰ ਕੱਟ ਆਫ ਫਰੋਮ ਆਵਰ ਬਰੀਥਿੰਗ ਕੋਆਰਡੀਨੇਸ਼ਨ ਸੋ ਇਸ ਦੇ ਕਾਰਨ ਕੀ ਹਨ ਇਹ ਕਿਉਂ ਹੁੰਦਾ ਹੈ ਇਹ ਤੇ ਸਾਨੂੰ ਪਤਾ ਲੱਗ ਗਿਆ ਕਿ ਜੇਕਰ ਇਹ ਬਰੀਥਿੰਗ ਕੋਆਰਡੀਨੇਸ਼ਨ ਤੋਂ ਅਸੀਂ ਟੁੱਟੇ ਹਾਂ ਤਾਂ ਇਸ ਦਾ ਮਤਲਬ ਡਾਇਆਫਰਾਮ ਦੀ ਫ੍ਰੀਕੁਐਂਸੀ ਜਿਹੜੀ ਹੈ ਉਹ ਹੁਣ ਆਪਣੇ ਆਪ ਦੇ ਵਿੱਚ ਇੱਕ ਰੈਜ਼ੋਨੈਂਸ ਤੋਂ ਟੁੱਟ ਗਈ ਹੈ ਜਿਸ ਦੇ ਨਾਲ ਪੂਰੇ ਸਰੀਰ ਦੀਆਂ ਸੈਲਸ ਨੇ ਉਸ ਦੀ ਡਾਇਰੈਕਸ਼ਨ ਦੇ ਉੱਤੇ ਕੰਮ ਕਰਨਾ ਸੀ ਇਹੀ ਕਾਰਨ ਹੈ ਕਿ ਸਾਡੇ ਸਰੀਰ ਅਤੇ ਦਿਮਾਗ ਮਾਈਂਡ ਦੋਨੋਂ ਜਿਹੜੇ ਹਨ ਉਹ ਆਪਣੀ ਕੋਆਰਡੀਨੇਸ਼ਨ ਤੋਂ ਵੀ ਟੁੱਟ ਜਾਂਦੇ ਹਨ ਤਾਂ ਅਸੀਂ ਆਪਣੇ ਜੋ ਲਾਈਫ ਸਟਾਈਲ ਹੈ ਬੇਸਿਕਲੀ ਲਾਈਫ ਸਟਾਈਲ ਦੇ ਵਿੱਚ ਤੁਸੀਂ ਦੇਖੋ ਜਦੋਂ ਅਸੀਂ ਟੁਰਦੇ ਹਾਂ ਸਾਡੇ ਬੱਚੇ ਟੁਰ ਰਹੇ ਹਨ ਇਸ ਤਰੀਕੇ ਦੇ ਨਾਲ ਜਾਂ ਅਸੀਂ ਬੈਠੇ ਹਾਂ ਕੰਪਿਊਟਰ ਤੇ ਕੰਮ ਕਰ ਰਹੇ ਹਾਂ ਵੀ ਆਰ ਬੇਸਿਕਲੀ ਪ੍ਰੈਸਿੰਗ ਆਵਰ ਡਾਇਆਫਰਾਮ ਸੋ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਜਿਹੜਾ ਇਹ ਪੋਸਚਰ ਹੈ ਜਾਂ ਸਾਡੇ ਇੱਕ ਕਹਿ ਲਓ ਕਿ ਕੰਟੀਨਿਊਸ ਮੈਂਟਲ ਸਟ੍ਰੈਸਿਸ ਐਂਡ ਦਾ ਮੋਰ ਇਜ਼ ਦੈਟ ਇਮੋਸ਼ਨਲ ਸਟ੍ਰੈਸਿਸ ਇਸ ਤੋਂ ਬਾਅਦ ਜਦੋਂ ਸਾਡੇ ਮੰਨ ਲਓ ਵਾਧੂ ਪੇਟ ਹੈ ਐਂਡ ਅਸੀਂ ਉਸ ਨੂੰ ਜ਼ਬਰਦਸਤੀ ਪੁਸ਼ ਕਰਕੇ ਅੰਦਰ ਵੱਲ ਰੱਖਦੇ ਹਾਂ ਕਿ ਇਹ ਦਿਖੇ ਨਾ ਅਤੇ ਸਾਡੀਆਂ ਲਾਈਫ ਸਟਾਈਲ ਦੇ ਵੀ ਸਾਡੀਆਂ ਡਰੈਸਿਸ ਦੇ ਆਰ ਓਵਰ ਟਾਈਟ ਸੋ ਆਲ ਥੀਸ ਰੀਜ਼ਨਸ ਇਨਕਲੂਡਿੰਗ ਸਾਡੀਆਂ
ਸਰਜੀਕਲ ਇਨਸਿਜ਼ਨਸ ਜਦੋਂ ਸਰੀਰ ਦੇ ਅੰਦਰ ਹੁੰਦੀਆਂ ਹਨ, ਕ੍ਰੋਨਿਕ ਇਨਫਲੇਮੇਸ਼ਨਸ, ਇਨਫੈਕਸ਼ਨਸ, ਇਹ ਸਾਰੇ ਬੜੇ ਸਾਰੇ ਕਾਰਨ ਹਨ ਜਿਸ ਕਾਰਨ ਅਸੀਂ ਇਸ ਨੈਚੁਰਲ ਬ੍ਰੈਥ ਤੋਂ, ਇਸ ਬਰੀਦਿੰਗ ਕੋਆਰਡੀਨੇਸ਼ਨ ਤੋਂ ਟੁੱਟ ਜਾਂਦੇ ਹਾਂ ਅਤੇ ਅਸੀਂ ਆਪਣੀ ਜਿਹੜੀ ਵੈਲਨੈਸ ਹੈ ਉਸ ਤੋਂ ਵੀ ਟੁੱਟ ਜਾਂਦੇ ਹਾਂ। ਹਾਂਜੀ, ਜਿਵੇਂ ਕਿ ਤੁਸੀਂ ਇਸ ਦੀ ਉਸ ਬਾਰੀਕੀ ਨੂੰ, ਫਾਈਨੈਸ ਨੂੰ ਸਮਝ ਰਹੇ ਹੋ ਕਿ ਇਟ ਇਜ਼ ਆਲ ਅਬਾਊਟ ਲਰਨਿੰਗ ਦਾ ਸਕਿੱਲ ਟੂ ਐਕਸੇਲ ਇਨ ਅ ਰਿਲੈਕਸ ਸਟੇਟ। ਸੋ ਤੁਸੀਂ ਅਗਲੀ ਵੀਡੀਓ ਦੇ ਵਿੱਚ ਦੇਖੋ ਕਿ ਇਹ ਬੱਚਾ ਕਿਵੇਂ ਇਸ ਟੈਕਨੀਕ ਨੂੰ ਸਿੰਸੀਅਰਲੀ ਪ੍ਰੈਕਟਿਸ ਕਰਕੇ ਆਪਣੀ ਵੈਲਨੈਸ ਜਰਨੀ ਵੱਲ ਜਾ ਕੇ ਆਪਣੇ ਮੇਜਰੇਬਲ ਰਿਜ਼ਲਟਸ ਲੈ ਕੇ ਆ ਰਹੇ ਹਨ। ਤੁਸੀਂ ਇਹਨਾਂ ਨੂੰ ਸੁਣੋ। ਮੈਂ ਮਨਮੀਤ ਸਿੰਘ ਹਾਂ। ਮੈਂ ਨਵੀਂ ਦਿੱਲੀ ਵਿੱਚ ਰਹਿੰਦਾ ਹਾਂ। ਮੈਂ ਰਿਬਸ ਵਿੱਚ ਟੀਬੀ ਦੇ ਆਪਰੇਸ਼ਨ ਤੋਂ ਬਾਅਦ ਵੀ ਕਾਫੀ ਦਰਦ ਸਹਾ ਰਿਹਾ ਸੀ। ਮੈਨੂੰ ਚੱਲਣ ਤੇ ਬੋਲਣ ਵਿੱਚ ਦਿੱਕਤ ਹੁੰਦੀ ਸੀ। ਮੈਂ ਕੁਦਰਤਨ ਸਾਹ ਦੁਆਰਾ ਬਰੀਦਿੰਗ ਕੋਆਰਡੀਨੇਸ਼ਨ ਸਿੱਖਿਆ। ਮੈਨੂੰ 3 ਦਿਨਾਂ ਵਿੱਚ ਹੀ ਸਰਪ੍ਰਾਈਜ਼ਿੰਗਲੀ ਰਿਲੀਫ ਮਿਲਿਆ। ਬੋਲਣ ਤੇ ਚੱਲਣ ਵਿੱਚ ਪਹਿਲੇ ਨਾਲੋਂ ਬਹੁਤ ਬਿਹਤਰ ਮਹਿਸੂਸ ਕਰ ਰਿਹਾ ਹਾਂ। ਮੇਰੇ ਲਈ ਇਹ ਕੁਦਰਤੀ ਕਰਿਸ਼ਮੇ ਤੋਂ ਘੱਟ ਨਹੀਂ ਹੈ। ਧੰਨਵਾਦ ਜੀ। ਹਾਂਜੀ, ਜਿਸ ਬਰੀਦਿੰਗ ਕੋਆਰਡੀਨੇਸ਼ਨ, ਸਾਹ ਦੇ ਤਾਲਮੇਲ ਦੀ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਹਾਂ ਅਤੇ ਇਸ ਦੀ ਇੰਪੋਰਟੈਂਸ ਦੀ ਗੱਲ ਕਰ ਰਹੀ ਹਾਂ ਲਾਈਫ ਵਿੱਚ ਆਪਣੀ ਅਰੋਗਤਾ ਨੂੰ ਬਹਾਲ ਕਰਨ ਲਈ। ਇਸ ਦੀ ਰਿਸਰਚ ਕਿੱਥੇ ਹੋਈ ਅਤੇ ਇਸ ਦਾ ਪਾਇਓਨੀਅਰ ਕੌਣ ਸੀ? ਉਸ ਦਾ ਨਾਮ ਸੀ ਕਾਰਲ ਸਟਾਓ, ਜੋ ਕਿ ਅਮਰੀਕਾ ਦੇ ਵਿੱਚ ਜਿਹੜੇ ਚਰਚਿਜ਼ ਦੇ ਵਿੱਚ ਸਿੰਗਰ ਨੇ ਉਹਨਾਂ ਨੂੰ ਬਰੀਦਿੰਗ ਕੋਆਰਡੀਨੇਸ਼ਨ ਦੇ ਨਾਲ ਗਾਇਕੀ ਦੀ ਪ੍ਰੈਕਟਿਸ ਕਰਾਉਂਦਾ ਸੀ। 1960 ਦੇ ਵਿੱਚ ਉਹ ਅਮਰੀਕਾ ਵਿੱਚ ਬਹੁਤ ਫੇਮਸ ਹੋ ਗਿਆ ਸੀ। ਸੈਕੰਡ ਵਰਲਡ ਵਾਰ 'ਤੇ ਜਦੋਂ ਐਮਫੀਸੀਮਾ ਨਾਮ ਦੀ ਬਿਮਾਰੀ, ਜਿਸ ਵਿੱਚ ਲੰਗਸ ਦੇ ਅੰਦਰ ਸ਼ਾਰਟਨੈਸ ਆਫ ਬ੍ਰੈਥ ਹੋ ਜਾਂਦੀ ਹੈ, ਸਾਹ ਨਹੀਂ ਆਉਂਦਾ, ਉਸ ਕਰਕੇ ਕੈਨੇਟੀਕਟ ਅਤੇ ਨਾਲ ਦੀਆਂ ਲੱਗਦੀਆਂ ਸਟੇਟਸ ਦੇ ਵਿੱਚ ਮਰੀਜ਼ ਹਸਪਤਾਲਾਂ ਦੇ ਵਿੱਚ ਭਰੇ ਹੋਏ ਸਨ, ਬੈੱਡਸ ਖਾਲੀ ਨਹੀਂ ਸਨ ਅਤੇ ਮਰੀਜ਼ਾਂ ਨੂੰ ਆਰਾਮ ਨਹੀਂ ਆ ਰਿਹਾ ਸੀ। ਪਲਮੋਨਰੀ ਵਾਰਡ ਦੇ ਚੀਫ ਨੇ ਇਸ ਕਾਰਲ ਸਟਾਓ ਦੀ ਜੋ ਇੱਕ ਸਕਿੱਲ ਸੀ, ਜਿਹਦੇ 'ਚ ਐਕਸਪਰਟੀ ਸੀ, ਉਸ ਨੂੰ ਦੇਖਦਿਆਂ ਹੋਇਆਂ ਉਸ ਨੂੰ ਵਾਰਡ ਦੇ ਵਿੱਚ ਸੱਦਿਆ, ਰਿਕੁਐਸਟ ਕੀਤੀ ਅਤੇ ਇੱਕ ਨਾਨ ਮੈਡੀਕਲ ਪਰਸਨ ਨੂੰ ਐਕਸੈਸ ਦਿੱਤੀ। ਕਾਰਲ ਸਟਾਓ ਨੇ ਪੇਸ਼ੈਂਟਸ ਦੀ ਦਰਦਨਾਕ ਹਾਲਤ ਦੇਖਦੇ ਹੋਏ ਜਿਉਂ ਹੀ ਸਹਿਜੇ ਹੀ ਉਹਨਾਂ ਦੀ ਛਾਤੀ ਉੱਤੇ ਹੱਥ ਰੱਖਿਆ ਤਾਂ ਉਸਨੇ ਪਾਇਆ ਕਿ ਇਹ ਪ੍ਰਾਇਮਰੀ ਮਸਲ ਜੋ ਸਾਡੀ ਡਾਇਆਫ੍ਰਾਮ ਹੈ ਉਸ ਦੇ ਨਾਲ ਬਰੀਥ ਨਹੀਂ ਕਰ ਰਹੇ, ਇਹ ਐਕਸੈਸਰੀ ਮਸਲਸ ਨੂੰ ਫੋਰਸਫੁਲੀ ਯੂਜ਼ ਕਰਕੇ ਸਾਹ ਲੈਣ ਦੀ ਪ੍ਰੈਕਟਿਸ ਕਰ ਰਹੇ ਹਨ। ਅਤੇ ਉਸਨੇ ਆਪਣੇ ਟੈਂਡਰ ਹੱਥਾਂ ਦੇ ਨਾਲ ਜਿਉਂ ਹੀ ਪ੍ਰੈਸ਼ਰ ਰਿਲੀਜ਼ ਕੀਤਾ ਤੇ ਉਹਨਾਂ ਨੂੰ ਇੱਕ ਕੰਫਰਟੇਬਲ ਬਰੀਦਿੰਗ ਉਹਨਾਂ ਦੀ ਸ਼ੁਰੂ ਹੋਈ। ਇਸ ਤੋਂ ਚੀਫ ਨੇ ਉਹਨੂੰ ਰਿਕੁਐਸਟ ਕੀਤੀ ਕਿ ਇਹ ਮੈਡੀਕਲ ਦੀ ਟੀਮ ਨਾਲ ਮਿਲ ਕੇ ਕਲੀਨਿਕਲ ਰਿਸਰਚ ਕਰੇ ਬਰੀਦਿੰਗ ਕੋਆਰਡੀਨੇਸ਼ਨ ਦੇ ਉੱਤੇ। ਅਤੇ ਉਸ ਤੋਂ ਬਾਅਦ ਉਸ ਦੀ ਅਣਥੱਕ ਮਿਹਨਤ ਨਾਲ ਬਣਾਈਆਂ ਐਕਸਰਸਾਈਜ਼ ਜੋ ਤੁਸੀਂ ਅੱਜ ਸਿੱਖ ਰਹੇ ਹੋ ਮੇਰੇ ਕੋਲੋਂ, ਮਰੀਜ਼ ਛੇਤੀ ਹੀ ਠੀਕ ਹੋ ਕੇ ਘਰਾਂ ਨੂੰ ਜਾਣ ਲੱਗ ਪਏ। 1997 ਦੀ ਡਾਕੂਮੈਂਟਰੀ ਬ੍ਰੈਥ ਅ ਸੋਰਸ ਆਫ ਲਾਈਫ ਦੇ ਵਿੱਚ ਜੋ ਰੋਬਰਟ ਨਿਮਸ ਹੈ, ਡਾਕਟਰ ਚੀਫ ਆਫ ਪਲਮੋਨਰੀ ਹਸਪੀਟਲ ਕੈਨੇਟੀਕਟ ਨੇ ਉਸ ਡਾਕੂਮੈਂਟਰੀ ਵਿੱਚ ਸਟੇਟਮੈਂਟ ਦਿੱਤੀ ਕਿ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਜੋ ਰਿਸਰਚ ਕਰ ਰਹੇ ਸੀ ਨਾ, ਉਹ ਗਲਤ ਸਿਰਾ ਪਕੜਿਆ ਸੀ ਕਿ ਫੋਰਸਫੁਲੀ ਡਾਇਆਫ੍ਰਾਮ ਕਿਵੇਂ ਵੱਧ ਤੋਂ ਵੱਧ ਨੀਚੇ ਜਾਵੇ ਹਵਾ ਭਰਨ ਲਈ। ਉਹਨਾਂ ਨੇ ਆਖਿਆ ਕਿ ਇਹ ਗਲਤ ਹੈ। ਕਾਰਲ ਸਟਾਓ ਨੇ ਆਪਣੀ ਕਲੀਨਿਕਲ ਰਿਸਰਚ ਦੇ ਵਿੱਚ ਇਹ ਸਮਝਾਇਆ ਹੈ, ਦੱਸਿਆ ਹੈ ਕਿ ਰਿਲੈਕਸ ਸਟੇਟ ਦੇ ਵਿੱਚ ਡਾਇਆਫ੍ਰਾਮ ਨੂੰ ਕਿਵੇਂ ਰੱਖੀਏ ਕਿ ਉਹ ਵੱਧ ਤੋਂ ਵੱਧ ਉੱਪਰ ਜਾਏ ਅਤੇ ਲੰਗਸ ਦੇ ਬੇਸ ਤੋਂ ਪੂਰੀ ਤਰ੍ਹਾਂ ਏਅਰ ਸਕਵੀਜ਼, ਕਾਰਬਨ ਡਾਈਆਕਸਾਈਡ ਸਕਵੀਜ਼ ਹੋਵੇ ਤੇ ਆਟੋਮੈਟਿਕਲੀ ਕੁਦਰਤ ਵੱਲੋਂ ਇੱਕ ਗਹਿਰਾ ਤੇ ਸੌਖਾ ਸਾਹ ਅੰਦਰ ਆਏਗਾ।
ਇਸ ਤੋਂ ਬਾਅਦ ਕੋਲਸਟਰਾ ਨੂੰ 1968 ਦੀ 올림픽ਸ ਜੋ ਕਿ ਮੈਕਸੀਕੋ ਵਿੱਚ ਹਾਈ ਐਲਟੀਟਿਊਡ ਤੇ ਹੋਣੀਆਂ ਸੀ ਐਥਲੀਟਸ ਦੀ ਟ੍ਰੇਨਿੰਗ ਵਾਸਤੇ ਸੱਦਿਆ ਗਿਆ। ਤੇ ਤੁਸੀਂ ਜਾਣਦੇ ਹੋ ਕਿ ਅਮਰੀਕਾ ਨੇ ਆਪਣੀ ਹਿਸਟਰੀ ਵਿੱਚ ਸਭ ਤੋਂ ਵੱਧ ਮੈਡਲਸ ਉਸ 올림픽ਸ ਵਿੱਚ ਜਿੱਤੇ ਅਤੇ ਉਹ ਵੀ ਬਿਨਾਂ ਆਕਸੀਜਨ ਐਕਸਟਰਾ ਆਕਸੀਜਨ ਦੇ ਸਿਲੰਡਰਸ ਯੂਜ਼ ਕੀਤਿਆਂ, ਜੋ ਕਿ ਕੇਵਲ ਇੱਕ ਇਹ ਹੀ ਅਮਰੀਕਾ ਦੀ ਟੀਮ ਸੀ। ਤਾਂ ਜਾਣਦੇ ਹੋ ਕਿਉਂ? ਕਿਉਂਕਿ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਖੇਡਾਂ ਨੂੰ ਬਰੀਥਿੰਗ ਕੋਆਰਡੀਨੇਸ਼ਨ ਦੁਆਰਾ ਖੇਡਣ ਨਾਲ ਕਰਾਈ ਗਈ ਸੀ। ਤਾਂ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਮੇਰੀਆਂ ਇਹਨਾਂ 4 ਵੀਡੀਓਜ਼ ਦੇ ਵਿੱਚ ਕਿ ਸਾਹ ਜਿਹੜੀ ਹੈ ਨਾ ਉਹ ਲੈਣ ਦੀ ਕਿਰਿਆ ਨਹੀਂ ਹੈ। ਇਹ ਰਿਲੈਕਸ ਸਟੇਟ ਵਿੱਚ ਰੱਖਣਾ, ਆਪਣੇ ਆਪ ਨੂੰ, ਆਪਣੇ ਪੋਸਚਰਸ ਨੂੰ ਠੀਕ ਕਰਨਾ, ਆਪਣੇ ਲਾਈਫ ਸਟਾਈਲਸ ਨੂੰ ਠੀਕ ਕਰਨਾ ਅਤੇ ਅਲਾਉਇੰਗ ਸਟੇਟ ਹੈ ਕਿ ਅਸੀਂ ਕਿਵੇਂ ਰਿਲੈਕਸਡ ਵੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਮੈਕਸਿਮਮ ਕੱਢ ਸਕੀਏ। ਜੋ ਡਾਇਆਫਰਾਮ ਪੂਰਾ ਉੱਪਰ ਜਾਏਗਾ ਤਾਂ ਇੱਕ ਰਿਫਲੈਕਸ ਐਕਸ਼ਨ ਦੇ ਵਿੱਚ ਇਹ ਆਟੋਮੈਟਿਕਲੀ ਨੀਚੇ ਆਏਗਾ ਅਤੇ ਇਨਵੋਲੈਂਟਰੀ ਇਕਸਾਰ ਦਿਨ ਰਾਤ ਦੀ ਕਿਰਿਆ ਹੈ। ਇਸ ਨੂੰ ਅਸੀਂ ਹੋਲਡ ਨਹੀਂ ਕਰ ਸਕਦੇ। ਜੇਕਰ ਸਾਡਾ ਇੰਟਰਸਟ ਬਣਦਾ ਹੈ ਕਿ ਅਸੀਂ ਇਹ ਨੇਚਰਸ ਵੇ ਆਫ ਹੀਲਿੰਗ ਜਿਹੜੀਆਂ ਨੇ ਸਿੱਖੀਏ, ਤਾਂ ਆਪ ਜੀ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰਾਂ ਨਾਲ ਵੀ ਸ਼ੇਅਰ ਕਰੋ। ਥੈਂਕ ਯੂ ਸੋ ਮਚ ਫਰੋਮ ਦਿਸ ਕੰਪੈਸ਼ਨੇਟ ਹਾਰਟ ਟੂ ਦਿਸ ਵਰਲਡ।